हेलो स्टूडेंट्स, हाउ आर यू। वेलकम टू योर बॉटनी ਲੈਕਚਰ। ਬੇਟਾ ਅੱਜ ਆਪਾਂ ਸਟਾਰਟ ਕਰਾਂਗੇ ਕੰਜ਼ਰਵੇਸ਼ਨ ਐਂਡ ਮੈਨੇਜਮੈਂਟ ਆਫ ਨੈਚੁਰਲ ਰਿਸੋਰਸਿਸ। ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਵਾਟ ਆਰ ਰਿਸੋਰਸਿਸ। ਤਾਂ ਜੋ ਵੀ ਸਾਡੇ ਲਈ ਅਵੇਲੇਬਲ ਆ ਇਨਵਾਇਰਮੈਂਟ ਦੇ ਵਿੱਚ, ਨੇਚਰ ਦੇ ਵਿੱਚ ਵੀ ਕੈਨ ਯੂਜ਼ ਟੂ ਸੈਟਿਸਫਾਈ ਆਰ ਨੀਡਸ, ਉਹਨੂੰ ਆਪਾਂ ਕਹਿੰਦੇ ਆ ਰਿਸੋਰਸਿਸ। For example, sunlight from sun, air, water, coal, petroleum, diesel, vehicles, plants and their products. ਹੁਣ ਗੱਲ ਆਉਂਦੀ ਹੈ natural resources ਕਿ what are natural resources? ਤਾਂ anything which we get from nature are called as natural resources. For example, air, water, soil, sunlight, coal, petroleum, all we get from nature. These are called as natural resources. अगर असी गल करिए कि किन्ने तरह के natural resources आ अर्थ दे उपर, तां there are different types of natural resources. One is renewable and second non-renewable. नाम तो ही क्लियर है, रीन्यूएबल रिसोर्सेज विच आर अवेलेबल इन इनफाइनाइट क्वांटिटी इन नेचर एंड वी कैन यूज़ दैम या रिपीटेडली वी कैन रीन्यू दैम या नैचुरली वो रीन्यू हो जाते हैं, ਉਹਨੂੰ ਅਸੀਂ ਕਹਿੰਦੇ ਆ ਰੀਨਿਊਏਬਲ ਰਿਸੋਰਸਿਸ। ਫॉर एग्जांपल फॉरेस्ट हो गया, विंड हो गया, वाटर हो गया, एयर हो गया। तो ਇੱਦਾਂ ਦੇ ਜਿਹੜੇ ਰਿਸੋਰਸਿਸ ਆ ਦੇ ਆਰ ਸਸਟੇਨੇਬਲ ਇਨ ਨੇਚਰ, ਲੋ ਕੋਸਟ ਉਹਨਾਂ ਦੀ ਹੁੰਦੀ ਆ, ਈਕੋ ਫਰੈਂਡਲੀ ਹੁੰਦੇ ਆ। ਹੁਣ ਹਵਾ ਦਾ ਕਿਹੜਾ ਕੋਈ ਮੁੱਲ ਲੱਗਦਾ ਹੈ? ਨਹੀਂ। ਵਾਟਰ ਸਾਨੂੰ ਫ੍ਰੀ ਮਿਲਦਾ ਆ। ਹਾਂ, ਜੇ ਅਸੀਂ ਕੰਜ਼ਰਵ ਨਾ ਕੀਤੇ ਨੈਚੁਰਲ ਰਿਸੋਰਸਿਸ ਦੈਨ ਵੀ ਵਿਲ ਹੈਵ ਟੂ ਪੇ ਫॉर ਇਟ, ਔਰ ਬਹੁਤ ਵੱਡੀ ਕੀਮਤ ਸਾਨੂੰ ਦੇਣੀ ਪੈਣੀ ਆ। ਅਤੇ ਇਹ ਜਿਹੜੇ ਰਿਸੋਰਸਿਸ ਆ ਰੀਨਿਊਏਬਲ ਰਿਸੋਰਸਿਸ, ਇਹਨਾਂ ਨੂੰ ਕੁਇਕਲੀ ਇਹ ਰਿਪਲੈਨਿਸ਼ ਹੋ ਜਾਂਦੇ ਆ ਨੇਚਰ ਦੇ ਵਿੱਚ ਆਪਣੇ ਆਪ ਹੀ। ਫਿਰ ਜੇ ਅਸੀਂ ਗੱਲ ਕਰੀਏ ਨੋਨ ਰੀਨਿਊਏਬਲ ਰਿਸੋਰਸਿਸ, ਤਾਂ ਇਹ ਜਿਹੜੇ ਰਿਸੋਰਸਿਸ ਆ ਹੈ ਤਾਂ ਇਹ ਵੀ ਅਬੰਡੈਂਸ 'ਚ ਆ ਸਾਡੇ ਕੋਲ, ਪਰ ਇਹ ਰੀਨਿਊ ਨਹੀਂ ਹੁੰਦੇ ਜਲਦੀ, ਰਿਪਲੈਨਿਸ਼ ਨਹੀਂ ਅਸੀਂ ਇਹਨਾਂ ਨੂੰ ਕਰ ਸਕਦੇ। ਨਾ ਤਾਂ ਇਹ ਨੈਚੁਰਲੀ ਰਿਪਲੈਨਿਸ਼ ਹੁੰਦੇ ਆ, ਔਰ ਜੇ ਹੋਣਗੇ ਵੀ ਤਾਂ ਇੰਨੀ ਸਲੋਲੀ ਕਿ ਇਹਨਾਂ ਨੂੰ ਮਿਲੀਅਨ ਈਅਰਸ ਲੱਗ ਜਾਂਦੇ ਆ ਰਿਪਲੈਨਿਸ਼ ਹੋਣ ਲਈ, ਦੁਬਾਰਾ ਜਨਰੇਟ ਹੋਣ ਲਈ। ਜਿਵੇਂ ਫੋਸਿਲ ਫਿਊਲ ਹੋ ਗਿਆ, ਮਿਨਰਲਸ ਹੋ ਗਏ, ਆਇਰਨ ਵਗੈਰਾ, ਜੇ ਅਸੀਂ ਕੱਢੀ ਜਾਵਾਂਗੇ, ਯੂਜ਼ ਕਰੀ ਜਾਵਾਂਗੇ ਫॉर ਆਰ ਸੈਲਫਿਸ਼ਨੈਸ, ਤਾਂ ਇੱਕ ਦਿਨ ਆਏਗਾ ਕਿ ਇਹ ਖ਼ਤਮ ਹੋ ਜਾਣਗੇ ਅਤੇ ਸਾਡੀ ਫਿਊਚਰ ਜਨਰੇਸ਼ਨ ਲਈ ਨਹੀਂ ਬਚਣੇ ਇਹ ਰਿਸੋਰਸਿਸ। ਇਹ ਵਾਲੇ ਜਿਹੜੇ ਨੋਨ ਰੀਨਿਊਏਬਲ ਰਿਸੋਰਸਿਸ ਆ ਇਹ ਐਗਜ਼ੌਸਟੇਬਲ ਇਨ ਨੇਚਰ ਆ, ਅਤੇ ਜਿਹੜੇ ਰੀਨਿਊਏਬਲ ਆ ਉਹ ਇਨਐਗਜ਼ੌਸਟੇਬਲ ਇਨ ਨੇਚਰ ਆ। ਨੋਨ ਰੀਨਿਊਏਬਲ ਹਾਈ ਕੋਸਟ ਐਂਡ ਲੈਸ ਈਕੋ ਫਰੈਂਡਲੀ ਹੁੰਦੇ ਆ। ਆਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਬਹੁਤ ਸਲੋਲੀ ਰਿਪਲੈਨਿਸ਼ ਹੁੰਦੇ ਆ ਜਾਂ ਬਿਲਕੁਲ ਨਹੀਂ ਰਿਪਲੈਨਿਸ਼ ਹੁੰਦੇ ਇਹ। ਦੈਨ ਅਗਰ ਅਸੀਂ ਟਾਈਪਸ ਆਫ ਰਿਸੋਰਸਿਸ ਦੀ ਗੱਲ ਕਰੀਏ ਤਾਂ ਰਿਸੋਰਸਿਸ ਬੇਟਾ ਇਹਨਾਂ ਨੂੰ ਅਲੱਗ-ਅਲੱਗ ਕੈਟੇਗਰੀਜ਼ 'ਚ ਡਿਵਾਈਡ ਕੀਤਾ ਗਿਆ ਆ। ਫॉर एग्जांपल ऑन द बेसिस ऑफ ओरिजिन हो गया, ऑन द बेसिस ऑफ इन्हां दी एग्जॉस्टेबिलिटी, ऑन द बेसिस ऑफ डेवलपमेंट स्टेटस, ते ऑन द बेसिस ऑफ ऑनरशिप या फिर डिस्ट्रीब्यूशन के बेसिस इन्हां नूं अलग-अलग कैटेगरीज च डिवाइड किया गया है। तो असी हुण जे ऑनरशिप की गल असी करिए तो इंडिविजुअल कई बार की हुंदा है कि कोई रिसोर्स सिर्फ एक इंडिविजुअल परसन दे कोल या एक इंडिविजुअल जगह ते सीमित हुंदा है, उत्थों बहुत थोड़े लोग उन्होंने यूज़ कर पाते हैं, उन्होंने असी कहने इंडिविजुअल रिसोर्स। कम्यूनिटी या जेड़े कह लो कि एक कम्यूनिटी कोल, पर्टिकुलर कम्यूनिटी कोल कोई रिसोर्स हैगा आ। नैशनल नाम तो ही क्लीयर है कि जिहड़ा इंडिया सपोज किसी कंट्री लैवल ते कोई रिसोर्स प्रैजेंट है कि पूरे कंट्री के लोग उन्होंने यूज़ कर सकते हैं,
ਉਹ ਹੋ ਗਏ ਨੈਸ਼ਨਲ ਰਿਸੋਰਸਿਸ। ਹੁਣ ਨੈਸ਼ਨਲ ਦੇ ਵਿੱਚ ਮਲਟੀਨੈਸ਼ਨਲ ਵੀ ਹੋ ਸਕਦਾ ਹੈ ਕਿ ਇੱਕ ਕੰਟਰੀ ਕੋਲ ਹੋਵੇ ਜਾਂ 2-3 ਕੰਟਰੀਜ਼ ਕੋਲ ਹੋਵੇ ਅਤੇ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਲੋਕ ਯੂਜ਼ ਕਰ ਸਕਦੇ ਆ। ਦੈਨ ਲਾਸਟ ਇਜ਼ ਇੰਟਰਨੈਸ਼ਨਲ ਰਿਸੋਰਸਿਸ, ਜਿਹੜਾ ਕਿ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਪ੍ਰੈਜ਼ੈਂਟ ਆ। ਉਹਦਾ ਟਰੇਡ ਵੀ ਹੋ ਸਕਦਾ ਹੋਵੇ ਨੈਸ਼ਨਲੀ, ਇੰਟਰਨੈਸ਼ਨਲੀ, ਮੀਨਸ 2 ਕੰਟਰੀਜ਼ ਦੇ ਵਿੱਚ, 4 ਕੰਟਰੀਜ਼ ਦੇ ਵਿੱਚ, 10 ਕੰਟਰੀਜ਼ ਦੇ ਵਿੱਚ ਜਿਹੜੇ ਰਿਸੋਰਸਿਸ ਅਵੇਲੇਬਲ ਹੁੰਦੇ ਆ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਇੰਟਰਨੈਸ਼ਨਲ ਰਿਸੋਰਸਿਸ। ਹੁਣ ਟਰਨ ਬਾਏ ਟਰਨ ਅਸੀਂ ਇਹਨਾਂ ਦੇ ਬਾਰੇ 'ਚ ਪੜ੍ਹਦੇ ਹਾਂ ਕਿ ਵਾਟ ਆਰ। ਸਭ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਔਨ ਦਾ ਬੇਸਿਸ ਆਫ ਓਰੀਜਨ। ਓਰੀਜਨ ਦੇ ਬੇਸਿਸ 'ਤੇ ਰਿਸੋਰਸਿਸ ਜਿਹੜੇ ਆ ਉਹ 2 ਤਰ੍ਹਾਂ ਦੇ ਹੁੰਦੇ ਆ, ਬਾਇਓਟਿਕ ਅਤੇ ਏਬਾਇਓਟਿਕ। ਬਾਇਓਟਿਕ ਨਾਮ ਤੋਂ ਹੀ ਕਲੀਅਰ ਹੈ, ਬਾਇਓ ਮੀਨਸ ਲਿਵਿੰਗ, ਏ ਬਾਇਓ ਮਤਲਬ ਨੋਨ ਲਿਵਿੰਗ। ਤਾਂ ਜਿਹੜੇ ਰਿਸੋਰਸਿਸ ਸਾਨੂੰ ਬਾਇਓਸਫੀਅਰ ਤੋਂ ਮਿਲਦੇ ਆ, ਉਹਨਾਂ 'ਚ ਲਾਈਫ ਹੁੰਦੀ ਆ ਜਾਂ ਲਿਵਿੰਗ ਕੰਪੋਨੈਂਟਸ ਆਫ ਨੇਚਰ, ਉਹਨੂੰ ਅਸੀਂ ਕਹਿੰਦੇ ਹਾਂ ਬਾਇਓਟਿਕ ਰਿਸੋਰਸਿਸ। ਫੋਰ ਐਗਜ਼ਾਮਪਲ ਪਲਾਂਟਸ, ਐਨੀਮਲਸ, ਫੋਰੈਸਟ, ਇਹ ਸਾਰੇ ਵਾਈਲਡ ਲਾਈਫ ਜਿਹੜੀ ਆ ਸਾਰੀ ਆਉਂਦੀ ਆ ਬਾਇਓਟਿਕ ਰਿਸੋਰਸਿਸ 'ਚ। ਇਹਨਾਂ ਨੂੰ ਵੀ ਸਾਨੂੰ ਕੰਜ਼ਰਵ ਕਰਨਾ ਚਾਹੀਦਾ ਕਿਉਂਕਿ ਸਾਡਾ ਮੇਨ ਟੋਪਿਕ ਤਾਂ ਕੰਜ਼ਰਵੇਸ਼ਨ ਆ। ਪਰ ਬੇਟਾ ਕੰਜ਼ਰਵੇਸ਼ਨ ਵਿਦਾਊਟ ਨੌਲੇਜ ਆਫ ਰਿਸੋਰਸਿਸ ਤੁਸੀਂ ਕੰਜ਼ਰਵੇਸ਼ਨ 'ਤੇ ਨਹੀਂ ਲਿਖ ਸਕਦੇ। ਥੋੜ੍ਹਾ ਜਿਹਾ ਤੁਹਾਨੂੰ ਬਰੀਫ ਇੰਟਰੋਡਕਸ਼ਨ ਦੇਣੀ ਪੈਣੀ ਆ ਆਪਣੇ ਗੁੱਡ ਮਾਰਕਸ ਲਈ, ਠੀਕ ਹੈ। ਟਾਈਮ ਵੀ ਮੈਨੇਜ ਕਰਨਾ ਆ। ਏਬਾਇਓਟਿਕ ਰਿਸੋਰਸਿਸ ਜਿਹੜੇ ਰਿਸੋਰਸਿਸ ਨੋਨ ਲਿਵਿੰਗ ਥਿੰਗਸ ਤੋਂ ਮਿਲਦੇ ਆ, ਫੋਰ ਐਗਜ਼ਾਮਪਲ ਵਾਟਰ ਹੋ ਗਿਆ, ਮਿਨਰਲ ਹੋ ਗਿਆ, ਏਅਰ ਹੋ ਗਈ, ਅਰਥ ਹੋ ਗਈ, ਨੋਨ ਲਿਵਿੰਗ ਕੰਪੋਨੈਂਟਸ ਜਿਹੜੇ ਨੇਚਰ ਦੇ ਆ, ਦੇ ਆਰ ਨੋਨ ਐਜ਼ ਏਬਾਇਓਟਿਕ ਰਿਸੋਰਸਿਸ। ਫਿਰ ਜੇ ਹੁਣ ਅਸੀਂ ਡਿਵਲਪਮੈਂਟ ਦੇ ਬੇਸਿਸ 'ਤੇ ਗੱਲ ਕਰੀਏ ਤਾਂ ਡਿਵਲਪਮੈਂਟ ਦੇ ਬੇਸਿਸ 'ਤੇ ਕਈ ਤਰ੍ਹਾਂ ਦੇ ਰਿਸੋਰਸਿਸ ਹੁੰਦੇ ਆ। ਪੋਟੈਂਸ਼ੀਅਲ ਹੋ ਗਿਆ, ਡਿਵਲਪਡ ਹੋ ਗਿਆ, ਸਟਾਕ ਰਿਸੋਰਸਿਸ ਹੋ ਗਏ, ਰਿਜ਼ਰਵਡ ਰਿਸੋਰਸਿਸ ਹੋ ਗਏ। ਹੈ ਤਾਂ ਇਹ ਇੱਕੋ ਹੀ ਆ ਪਰ ਥੋੜ੍ਹਾ ਜਿਹਾ ਇਹਨਾਂ 'ਚ ਡਿਫਰੈਂਸ ਹੁੰਦਾ ਹੈਗਾ ਆ। ਸਭ ਤੋਂ ਪਹਿਲਾਂ ਹੈਗੇ ਪੋਟੈਂਸ਼ੀਅਲ ਰਿਸੋਰਸਿਸ। ਹੁਣ ਜਿਹੜੇ ਰਿਸੋਰਸਿਸ ਕਿਸੇ ਰੀਜਨ 'ਚ ਪ੍ਰੈਜ਼ੈਂਟ ਹੁੰਦੇ ਆ ਪਰ ਉਹਨਾਂ ਨੂੰ ਜ਼ਿਆਦਾ ਯੂਜ਼ ਨਹੀਂ ਕੀਤਾ, ਲੋਕਾਂ ਨੇ ਬਚਾ ਕੇ ਰੱਖਿਆ ਕਿ ਕਦੇ ਕੰਮ ਆਊਗਾ। ਜਿਵੇਂ ਗੁਜਰਾਤ ਔਰ ਰਾਜਸਥਾਨ ਦੇ ਸਟੇਟਸ ਦੇ ਵਿੱਚ ਹੈਗਾ ਆ ਸੋਲਰ ਐਨਰਜੀ। ਉਹ ਬਹੁਤ ਸਾਰੇ ਉਹਨਾਂ ਨੇ ਸੋਲਰ ਐਨਰਜੀ ਨੂੰ ਕਹਿ ਲਓ ਕਿ ਸੋਲਰ ਐਨਰਜੀ ਡਿਵੈਲਪ ਕਰਨ ਲਈ, ਜਨਰੇਟ ਕਰਨ ਲਈ ਬਹੁਤ ਸਾਰੇ ਲਾਏ ਹੋਏ ਆ ਪਲਾਂਟਸ, ਲੇਕਿਨ ਉਹਨੂੰ ਹਾਲੇ ਤੱਕ ਸਾਰੇ ਪਲਾਂਟਸ ਨੂੰ ਯੂਜ਼ ਨਹੀਂ ਕਰਦੇ ਹੈਗੇ। ਲੋਕਾਂ ਤੱਕ, ਆਮ ਲੋਕਾਂ ਤੱਕ ਯੂਜ਼ ਨਹੀਂ ਕਰਨਾ ਸ਼ੁਰੂ ਕੀਤਾ ਆ। ਲਗਾਏ ਹੋਏ ਹੈਗੇ ਆ, ਕਹਿ ਲਓ ਕਿ ਫੋਰ ਫਿਊਚਰ ਲਈ ਜਾਂ ਫੋਰ ਵੇਟ ਕਰ ਰਹੇ ਆ ਟਾਈਮ ਆਫ ਨੀਡ ਲਈ। ਦੈਨ ਸੈਕਿੰਡ ਜਿਹੜੇ ਰਿਸੋਰਸਿਸ ਹੈਗੇ ਆ ਉਹ ਹੁੰਦੇ ਆ ਡਿਵਲਪਡ ਰਿਸੋਰਸਿਸ। ਡਿਵਲਪਡ ਰਿਸੋਰਸਿਸ ਦੇ ਵਿੱਚ ਇਹ ਹੈਗੇ ਆ ਉਹ ਰਿਸੋਰਸਿਸ ਜਿਨ੍ਹਾਂ ਦੀ ਕੁਆਲਿਟੀ ਅਤੇ ਕੁਆਂਟਿਟੀ ਦੋਨੋਂ ਡਿਟਰਮਾਈਨ ਕੀਤੀ ਜਾਂਦੀ ਆ ਫੋਰ ਯੂਟੀਲਾਈਜੇਸ਼ਨ। ਹੁਣ ਜਿਹੜੇ ਇੰਡਸਟਰੀਜ਼ ਵਗੈਰਾ ਆ, ਕੋਲ, ਪੈਟਰੋਲੀਅਮ, ਗੋਲਡ, ਆਪਾਂ ਦੇਖ ਕੇ ਲਈਦਾ ਆ 23 ਕੈਰੇਟ ਜਾਂ ਕੋਲ ਜਿਹੜੇ ਆ ਗੁੱਡ ਕੁਆਲਿਟੀ ਕੋਲ, ਪੱਕਾ ਹੋਇਆ ਕੋਲ ਜਿਹੜਾ ਆ ਉਹ ਯੂਜ਼ ਕਰਦੇ ਆ ਇੰਡਸਟਰੀਜ਼ ਵਗੈਰਾ 'ਚ। ਸੇਮ ਵੇ ਪੈਟਰੋਲੀਅਮ ਹੋਇਆ, ਡੀਜ਼ਲ ਹੋਇਆ, ਆਪਾਂ ਅੱਛਾ ਕੁਆਲਿਟੀ ਦਾ ਦੇਖ ਕੇ ਹੀ ਆਪਣੀ ਗੱਡੀਆਂ 'ਚ ਵਹੀਕਲਸ ਆਪਾਂ ਪਵਾਉਂਦੇ ਹਾਂ। ਫਿਰ ਜੇ ਅਸੀਂ ਗੱਲ ਕਰੀਏ ਅਦਰ ਤਾਂ ਉਹ ਹੈਗਾ ਸਟਾਕ ਰਿਸੋਰਸਿਸ। ਹੁਣ ਸਟਾਕ ਮਤਲਬ ਨਾਮ ਤੋਂ ਹੀ ਕਲੀਅਰ ਹੈ, ਸਟਾਕ ਪਿਆ ਹੋਵੇ। ਇਨਵਾਇਰਮੈਂਟ 'ਚ ਇੱਦਾਂ ਦੇ ਮਟੀਰੀਅਲਸ ਜਿਹੜੇ ਕਿ ਇੰਨੀ ਕੁਆਂਟਿਟੀ 'ਚ ਪਏ ਆ ਕਿ ਉਹ ਹਿਊਮਨ ਨੀਡਸ ਨੂੰ ਸੈਟਿਸਫਾਈ ਕਰ ਸਕਦੇ ਆ, ਪਰ ਸਾਡੇ ਕੋਲ ਕੋਈ ਐਪਰੋਪਰੀਏਟ ਟੈਕਨੋਲੋਜੀ ਨਹੀਂ ਹੈਗੀ। ਲੈਕ ਆਫ ਟੈਕਨੋਲੋਜੀ ਆ ਕਿ ਅਸੀਂ ਇਹਨਾਂ ਤੋਂ ਕੁਛ ਨਾ ਕੁਛ ਐਕਸਟਰੈਕਟ ਕਰਕੇ ਅਤੇ ਅਸੀਂ ਇਹਨਾਂ ਨੂੰ ਯੂਜ਼ ਕਰ ਸਕੀਏ, ਹੈ ਨਾ। ਵਾਟਰ, ਇਹ ਹੁਣ ਕਿਉਂ ਰੌਲਾ ਪਾਉਂਦੇ ਆ ਕਿ ਵਾਟਰ ਕੰਜ਼ਰਵ ਕਰਨਾ ਚਾਹੀਦਾ ਆ, ਕਿਉਂਕਿ ਸਾਨੂੰ ਡਰ ਆ ਕਿ ਵਾਟਰ ਜਿਹੜਾ ਉਹ ਕਿਸੇ ਨਾ ਕਿਸੇ ਦਿਨ ਖ਼ਤਮ ਹੋ ਜਾਣਾ ਆ। ਤਾਂ ਇਹ ਜਿਹੜੇ ਕਿਉਂਕਿ ਸਾਡੇ ਕੋਲ ਟੈਕਨੋਲੋਜੀ ਨਹੀਂ ਹੈਗੀ। ਹਾਂ, ਜੇ ਅਸੀਂ ਕੋਈ ਹੁਣ ਅਸੀਂ ਥੋੜ੍ਹਾ ਰੇਨ ਵਾਟਰ ਹਾਰਵੈਸਟਿੰਗ ਵਗੈਰਾ ਸ਼ੁਰੂ ਕੀਤੀ ਆ
पर ਉਹਨੂੰ भी हर सिटी ने स्टेट ने या लार्ज स्केल ते ਆਪਾਂ नहीं यूज़ करना शुरू किया, या फिर साडे कोल कैमिस्ट्री च कोई इदां दी लैब च टैक्नोलॉजी नहीं हैगी कि असी हाइड्रोजन ऑक्सीजन कंबाइन करके ते वाटर बनाई जाइए, नहीं बनता ना। इसे करके सारे रौला पाते हैं कि कंजर्व वाटर, सेव वाटर। तुसीं रोज़ आए दिन अखबारां च पढ़ते हैं, रैलीज देखते हैं। फिर हैगे आ रिजर्व रिसोर्सिस। रिजर्व रिसोर्सिस बेटा वो रिसोर्सिस आ ਜਿਹੜੇ ਕਿ ਸਾਡੇ ਕੋਲ ਪਏ ਹੋਏ ਆ, ਅਸੀਂ ਉਹਨਾਂ ਨੂੰ ਐਟ ਪ੍ਰੈਜ਼ੈਂਟ ਉਹਨਾਂ ਤੋਂ ਕੁਛ ਵੀ ਬਣਾ ਨਹੀਂ ਰਹੇ, ਉਹਨਾਂ ਨੂੰ ਐਕਸਟਰੈਕਟ ਨਹੀਂ ਕਰ ਰਹੇ ਹੈਗੇ, ਭਾਵੇਂ ਸਾਡੇ ਕੋਲ ਟੈਕਨੋਲੋਜੀ ਵੀ ਅਵੇਲੇਬਲ ਆ, ਟੈਕਨੋਲੋਜੀ ਵੀ ਹੈਗੀ ਆ, ਸਾਰਾ ਕੁਛ ਹੈਗਾ ਆ, ਪਰ ਫਿਰ ਵੀ ਅਸੀਂ ਸੁੱਤੇ ਹੋਏ ਹਾਂ ਕਿ ਅਸੀਂ ਉਹਨਾਂ ਨੂੰ ਐਕਸਟਰੈਕਟ ਕਰਕੇ ਕਿਤੇ ਵੀ ਉਹ ਯੂਜ਼ ਨਹੀਂ ਕਰ ਰਹੇ। ਅਸੀਂ ਉਹਨਾਂ ਨੂੰ ਰੱਖਿਆ ਹੋਇਆ ਸੰਭਾਲ ਕੇ ਫॉर ਫਿਊਚਰ ਰਿਕੁਆਇਰਮੈਂਟਸ ਲਈ, ਆਪਣੀ ਨੈਕਸਟ ਜਨਰੇਸ਼ਨ ਲਈ। ਜਿਵੇਂ ਕਿ ਹੁਣ ਅਸੀਂ ਡੈਮਸ ਬਣਾ ਲਏ, ਵਾਟਰ ਉੱਥੇ ਸਟੋਰ ਕਰ ਲਈਦਾ ਆ ਤਾਂ ਕਿ ਔਖੀ ਵੇਲੇ ਸਾਨੂੰ ਕੰਮ ਆਵੇ ਉਹ। ਫਿਰ ਔਨ ਦਾ ਬੇਸਿਸ ਆਫ ਅਵੇਲੇਬਿਲਿਟੀ, ਇਹ ਅਸੀਂ ਪੜ੍ਹ ਵੀ ਚੁੱਕੇ ਹਾਂ, ਦੋ ਤਰ੍ਹਾਂ ਦੇ ਰਿਸੋਰਸਿਸ ਹੁੰਦੇ, ਇਨਐਗਜ਼ੌਸਟੇਬਲ ਅਤੇ ਐਗਜ਼ੌਸਟੇਬਲ। ਇਨਐਗਜ਼ੌਸਟੇਬਲ ਉਹੀ ਵਿਚ ਕੈਨੋਟ ਬੀ ਫਿਨਿਸ਼ਡ ਬਾਈ ਹਿਊਮਨ ਐਕਟੀਵਿਟੀਜ਼, ਜਿਵੇਂ ਸੋਇਲ, ਏਅਰ, ਵਾਟਰ ਹੋ ਗਿਆ, ਸਨਲਾਈਟ ਹੋ ਗਈ, ਅਤੇ ਇਹ ਡਿਪਲੀਟ ਨਹੀਂ ਹੁੰਦੇ ਜਲਦੀ ਔਰ ਸਾਨੂੰ ਨੇਚਰ ਤੋਂ ਹੀ ਮਿਲਦੇ ਆ, ਨੇਚਰ ਆਪਣੇ ਆਪ ਹੀ ਇਹਨਾਂ ਨੂੰ ਬਣਾਉਂਦਾ ਰਹਿੰਦਾ ਆ। ਦੈਨ ਐਗਜ਼ੌਸਟੇਬਲ, ਨਾਮ ਤੋਂ ਹੀ ਕਲੀਅਰ ਹੈ ਕਿ ਜਿਹੜੇ ਰਿਸੋਰਸਿਸ ਸਾਡੇ ਕੋਲ ਲਿਮਿਟਿਡ ਕੁਆਂਟਿਟੀ 'ਚ ਪ੍ਰੈਜ਼ੈਂਟ ਆ, ਚਲੋ ਜੇ ਕੁਆਂਟਿਟੀ ਉਹਨਾਂ ਦੀ ਜ਼ਿਆਦਾ ਵੀ ਹੈਗੀ ਆ ਤਾਂ ਵੀ ਇੱਕ ਦਿਨ ਇੱਦਾਂ ਦਾ ਆਉਣਾ ਆ ਕਿ ਅਸੀਂ ਪੂਰਾ ਜਿਹੜਾ ਉਹ ਰਿਸੋਰਸ ਆ ਯੂਜ਼ ਕਰਕੇ ਖ਼ਤਮ ਕਰ ਦੇਣਾ ਆ, ਸਾਡੀ ਫਿਊਚਰ ਜਨਰੇਸ਼ਨ ਲਈ ਨਹੀਂ ਬਚਣਾ। ਜਿਵੇਂ ਕੋਲ ਹੋਇਆ, ਪੈਟਰੋਲੀਅਮ ਹੋਇਆ, ਅਤੇ ਇਹ ਜਿਹੜੇ ਰਿਸੋਰਸਿਸ ਆ ਫਿਰ ਛੇਤੀ ਰਿਪਲੈਨਿਸ਼ ਨਹੀਂ ਹੋਣੇ, ਇਹਨਾਂ ਨੂੰ ਮਿਲੀਅਨ ਈਅਰਸ ਲੱਗਣੇ ਆ ਕਿ ਇਹ ਰਿਪਲੈਨਿਸ਼ ਹੋ ਸਕਣ। ਫਿਰ ਬੇਟਾ ਔਨ ਦਾ ਬੇਸਿਸ ਆਫ ਡਿਸਟਰੀਬਿਊਸ਼ਨ, ਇਹ ਦੋ ਤਰ੍ਹਾਂ ਦੇ ਹੁੰਦੇ ਆ ਰਿਸੋਰਸਿਸ, ਉਬੀਕਿਟਸ ਅਤੇ ਲੋਕੇਲਾਈਜ਼ਡ। ਇਹ ਅਸੀਂ ਵੈਸੇ ਪਹਿਲਾਂ ਮੈਂ ਤੁਹਾਨੂੰ ਨੈਸ਼ਨਲ ਮਲਟੀਨੈਸ਼ਨਲ ਦੱਸਿਆ ਵੀ ਆ। ਕਈ ਲੋਕ ਡਿਸਟਰੀਬਿਊਸ਼ਨ ਦੇ ਬੇਸਿਸ 'ਤੇ ਦੋ ਪਾਰਟਸ 'ਚ ਡਿਵਾਈਡ ਕਰਦੇ ਆ, ਕਈ ਜਿਹੜੇ ਆ ਉਹ ਨੈਸ਼ਨਲ ਮਲਟੀਨੈਸ਼ਨਲ, ਤਾਂ ਮੈਂ ਤੁਹਾਨੂੰ ਦੋਨੋਂ ਤਰੀਕੇ ਦੱਸਦੇ ਆ। ਉਬੀਕਿਟਸ ਨਾਮ ਤੋਂ ਹੀ ਕਲੀਅਰ ਹੈ, ਤੁਸੀਂ ਐਲਗੇ ਫੰਜਾਈ 'ਚ ਬਹੁਤ ਪੜ੍ਹਦੇ ਆਏ ਆ, ਕੋਸਮੋਪੋਲੀਟਨ ਇਨ ਡਿਸਟਰੀਬਿਊਸ਼ਨ ਜਾਂ ਉਬੀਕਿਟਸ, ਕਿ ਜਿਹੜੇ ਹਰ ਜਗ੍ਹਾ 'ਤੇ ਅਰਥ 'ਤੇ ਮਿਲ ਜਾਂਦੇ ਆ, ਏਅਰ, ਵਾਟਰ, ਸੋਇਲ, ਸਨਲਾਈਟ, ਇਹ ਸਾਰੇ ਜਿਹੜੇ ਆ ਉਬੀਕਿਟਸ ਰਿਸੋਰਸਿਸ ਹੈ। ਲੋਕੇਲਾਈਜ਼ਡ, ਅਵੇਲੇਬਲ ਐਟ ਪਰਟੀਕੂਲਰ ਲੋਕੇਸ਼ਨਸ ਔਨ ਅਰਥ, ਜਿਵੇਂ ਕੋਲ ਮਾਈਨਸ ਹਰ ਜਗ੍ਹਾ ਨਹੀਂ ਹੈਗੇ, ਹੁਣ ਪੰਜਾਬ 'ਚ ਹੈ ਨਹੀਂ ਕੋਲ ਮਾਈਨ, ਬਿਹਾਰ 'ਚ ਤੁਹਾਨੂੰ ਮਿਲ ਜਾਊਗੀ, ਔਰ ਸਮੁੰਦਰ ਦੇ ਕਿਨਾਰੇ ਸਮੁੰਦਰ ਦੇ ਵਿੱਚ ਤੁਹਾਨੂੰ ਪੈਟਰੋਲੀਅਮ, ਆਇਲ ਵਗੈਰਾ ਮਿਲ ਜਾਂਦਾ ਆ। ਤਾਂ ਇਹ ਸਾਰੇ ਜਿਹੜੇ ਆ ਔਨ ਦਾ ਬੇਸਿਸ ਆਫ ਡਿਸਟਰੀਬਿਊਸ਼ਨ ਹੈਗੇ ਰਿਸੋਰਸਿਸ। ਫਿਰ ਬੇਟਾ ਹੁਣ ਗੱਲ ਆਉਂਦੀ ਆ ਸਾਡਾ ਮੇਨ ਟੋਪਿਕ ਕਿ ਕੰਜ਼ਰਵੇਸ਼ਨ ਐਂਡ ਮੈਨੇਜਮੈਂਟ ਆਫ ਨੈਚੁਰਲ ਰਿਸੋਰਸਿਸ। ਅਰਥ ਨੂੰ ਨੈਚੁਰਲ ਰਿਸੋਰਸਿਸ ਨੂੰ ਕੰਜ਼ਰਵ ਕਰਨਾ ਮਤਲਬ ਅਸੀਂ ਅਰਥ ਕੰਜ਼ਰਵ ਕਰਾਂਗੇ, ਅਰਥ ਨੂੰ ਪ੍ਰੋਟੈਕਟ ਕਰਾਂਗੇ, ਆਪਣੀ ਬਾਇਓਲੋਜੀਕਲ ਡਾਇਵਰਸਿਟੀ ਅਸੀਂ ਪ੍ਰੋਟੈਕਟ ਕਰਾਂਗੇ। ਇਹ ਸਾਰੇ ਜਿਹੜੇ ਬੈਨੀਫਿਟਸ ਹੈਗੇ ਆ, ਇਹ ਸਾਡੀ ਇੱਕ ਤਰ੍ਹਾਂ ਦੇ ਈਕੋਸਿਸਟਮ ਸਰਵਿਸਿਸ ਨੂੰ ਈਕੋਸਿਸਟਮ ਨੂੰ ਬਚਾਉਂਦੇ ਆ। ਅਤੇ ਜਾਂ ਅਸੀਂ ਕਹਿ ਸਕਦੇ ਹਾਂ ਕਿ ਨੈਚੁਰਲ ਰਿਸੋਰਸਿਸ ਨੂੰ ਕੰਜ਼ਰਵ ਕਰਕੇ ਅਸੀਂ ਹਰ ਚੀਜ਼ ਕੰਜ਼ਰਵ ਕਰ ਰਹੇ ਹਾਂ, ਅਰਥ ਹੋ ਗਿਆ, ਈਕੋਸਿਸਟਮ ਹੋ ਗਿਆ, ਆਪਣੇ ਆਪ ਨੂੰ ਬਚਾ ਰਹੇ ਹਾਂ। ਦੂਸਰੀ ਸੈਂਸ 'ਚ ਅਸੀਂ ਕਹਿ ਸਕਦੇ ਹਾਂ ਕਿ ਇਹ ਸਾਰੀ ਚੀਜ਼ਾਂ ਅਰਥ ਨੂੰ ਕੰਜ਼ਰਵ ਕਰਾਂਗੇ, ਈਕੋਸਿਸਟਮ ਸਰਵਿਸਿਸ ਫੰਕਸ਼ਨਿੰਗ ਨੂੰ ਅਸੀਂ ਮੇਨਟੇਨ ਕਰਾਂਗੇ, ਤਾਂ ਅਸੀਂ ਨੈਚੁਰਲ ਰਿਸੋਰਸਿਸ ਨੂੰ ਕੰਜ਼ਰਵ ਕਰ ਪਾਵਾਂਗੇ। ਹੁਣ ਕੰਜ਼ਰਵੇਸ਼ਨ ਦੇ ਏਮ ਕੀ ਆ? ਏਮ ਵੀ ਤਾਂ ਕੋਈ ਹੋਏਗਾ ਹੈ ਨਾ ਕੰਜ਼ਰਵ ਕਰਨ ਦਾ। ਇੱਕ ਤਾਂ ਇਹੀ ਆ ਕਿ ਟੂ ਇਨਕਰੀਜ਼ ਦਾ ਪ੍ਰੀਜ਼ਰਵੇਸ਼ਨ ਆਫ ਕੁਆਲਿਟੀ ਇਨਵਾਇਰਮੈਂਟ। ਹੁਣ ਨੈਚੁਰਲ ਰਿਸੋਰਸਿਸ ਜਿਵੇਂ ਪਲਾਂਟਸ ਆ, ਵਾਈਲਡ ਐਨੀਮਲਸ ਆ,
ਇਹ ਸਾਰੇ ਸਾਡੇ ਇਸ ਕਹਿ ਲਓ ਅਰਥ ਨੂੰ ਜਾਂ ਪਲੈਨਟ ਅਰਥ ਨੂੰ ਜਾਂ ਈਕੋਸਿਸਟਮ ਨੂੰ ਐਸਥੈਟਿਕ ਅਤੇ ਰੀਕ੍ਰੀਏਸ਼ਨਲ ਵੈਲਿਊ ਪ੍ਰੋਵਾਈਡ ਕਰਦੇ ਆ, ਜਾਂ ਕਹਿ ਲਓ ਇਹਨਾਂ ਦੀ ਐਸਥੈਟਿਕਲ ਰੀਕ੍ਰੀਏਸ਼ਨਲ ਵੈਲਿਊ ਹੈਗੀ ਹੈ, ਜਿਹਦੇ ਕਾਰਨ ਸਾਨੂੰ ਇਹਨਾਂ ਨੂੰ ਕੰਜ਼ਰਵ ਕਰਨਾ ਜ਼ਰੂਰੀ ਹੈ। ਹੁਣ ਐਸਥੈਟਿਕ ਔਰ ਰੀਕ੍ਰੀਏਸ਼ਨਲ ਵੈਲਿਊ ਕੀ ਹੁੰਦੀ ਹੈ ਬੇਟਾ? ਜੇ ਤੁਸੀਂ ਹੁਣ ਮਕਾਨ ਲੈਣ ਗਏ, ਇੱਕ ਮਕਾਨ ਜਾਂ ਤੁਹਾਨੂੰ ਫਲੈਟ ਦਿਖਾਇਆ ਜਿਹਦੇ ਵਿੱਚ ਕਿਤੇ ਵੀ ਕੋਈ ਪਲਾਂਟ ਨਹੀਂ ਲੱਗਿਆ ਹੋਇਆ ਹੈਗਾ, ਔਰ ਦੂਸਰਾ ਤੁਹਾਨੂੰ ਦਿਖਾਇਆ ਕਿ ਜਿੱਥੇ ਬਹੁਤ ਗ੍ਰੀਨਰੀ ਆ, ਆਲੇ ਦੁਆਲੇ ਪਲਾਂਟਸ ਲੱਗੇ ਹੋਏ ਆ, ਇਨਡੋਰ ਪਲਾਂਟਸ ਲਗਾਏ ਹੋਏ ਆ, ਉਹਦਾ ਰੇਟ ਭਾਵੇਂ ਥੋੜ੍ਹਾ ਜ਼ਿਆਦਾ ਵੀ ਹੋਏਗਾ ਤਾਂ ਵੀ ਆਪਾਂ ਪ੍ਰੈਫਰ ਕਰਾਂਗੇ ਕਿ ਆਪਾਂ ਜਿੱਥੇ ਪਾਰਕ ਹੈਗੀ ਆ, ਪਲਾਂਟਸ ਲੱਗੇ ਹੋਏ ਆ, ਗ੍ਰੀਨਰੀ ਹੈਗੀ ਆ, ਆਪਾਂ ਉਹ ਵਾਲਾ ਫਲੈਟ ਜਿਹੜਾ ਆ ਪ੍ਰੈਫਰ ਕਰਾਂਗੇ ਖਰੀਦਣਾ। ਤਾਂ ਇਹ ਹੋ ਗਈ ਐਸਥੈਟਿਕ ਔਰ ਰੀਕ੍ਰੀਏਸ਼ਨਲ ਵੈਲਿਊ। ਬਚਾਉਣ ਲਈ ਅਸੀਂ ਇਨਸ਼ੋਰ ਕਰਦੇ ਹਾਂ ਕਿ ਕੰਟੀਨਿਊਸ ਯੀਲਡ ਹੋਵੇ ਪਲਾਂਟਸ ਦੀ, ਐਨੀਮਲਸ ਨੂੰ ਬਚਾਇਆ ਜਾਵੇ, ਉਹ ਐਗਜ਼ੌਸਟ ਨਾ ਹੋਣ, ਐਕਸਟਿੰਕਟ ਨਾ ਹੋਣ, ਅਤੇ ਇੱਕ ਬੈਲੈਂਸ ਸਾਈਕਲ ਆਪਾਂ ਰੱਖਦੇ ਹਾਂ। ਜੇ ਅਸੀਂ ਕੁਛ ਯੂਜ਼ ਕਰਨਾ ਆ ਤਾਂ ਅਸੀਂ ਉਹਨਾਂ ਬਚਾਈਏ ਵੀ, ਇਹ ਸਾਡਾ ਮੇਨ ਮੋਟੋ ਆ ਕੰਜ਼ਰਵ ਕਰਨ ਦਾ ਨੈਚੁਰਲ ਰਿਸੋਰਸਿਸ ਨੂੰ। ਫਿਰ ਜੇ ਅਸੀਂ ਹੁਣ ਗੱਲ ਕਰੀਏ ਕੰਜ਼ਰਵੇਸ਼ਨ ਔਰ ਮੈਨੇਜਮੈਂਟ, ਹੈ ਤਾਂ ਦੋਨੋਂ ਇੱਕੋ ਹੀ ਆ, ਕੰਜ਼ਰਵ ਕਰਨਾ ਪਰ ਉਹਨੂੰ ਮੈਨੇਜ ਵੀ ਕਰਨਾ, ਥੋੜ੍ਹਾ ਬਹੁਤ ਫ਼ਰਕ ਹੈਗਾ ਆ ਮੈਨੇਜ ਔਰ ਕੰਜ਼ਰਵ 'ਚ, ਆਨਸਰ ਇੱਕੋ ਹੀ ਆਉਣਾ ਆ। ਵਾਈ ਡੂ ਵੀ ਨੀਡ ਟੂ ਮੈਨੇਜ ਆਰ ਰਿਸੋਰਸਿਸ, ਕਿਉਂ ਲੋੜ ਪਈ ਰਿਸੋਰਸਿਸ ਨੂੰ ਮੈਨੇਜ ਕਰਨ ਦੀ? ਤਾਂ ਬੇਟਾ ਜੇ ਅਸੀਂ ਹੁਣ ਪਾਣੀ ਆ, ਹਵਾ ਆ, ਜਾਂ ਫਿਰ ਕੋਲ, ਪੈਟਰੋਲੀਅਮ ਆ, ਜੇ ਅਸੀਂ ਇਹਨਾਂ ਨੂੰ ਓਵਰ ਐਕਸਪਲੋਇਟ ਕਰਤਾ, ਯੂਜ਼ ਕਰੀ ਜਾਈਏ, ਸਾਡੇ 'ਤੇ ਕੋਈ ਰੋਕ ਨਾ ਹੋਵੇ। ਜਿਵੇਂ ਹੁਣ ਹਰ ਐਡ 'ਚ ਆਉਂਦਾ ਕਿ ਸੇਵ ਵਾਟਰ, ਸੇਵ ਟਰੀਜ਼, ਪਲਾਂਟ ਮੋਰ ਟਰੀਜ਼, ਜੇ ਸਾਡੇ 'ਤੇ ਜੁਡੀਸ਼ੀਅਸ ਮਤਲਬ ਕਿ ਸਾਡੇ 'ਤੇ ਕੋਈ ਡੰਡਾ ਨਾ ਹੋਵੇ, ਸਾਡੇ 'ਤੇ ਕੋਈ ਪੈਨਾਲਟੀ ਨਾ ਲਗਾਈ ਹੋਵੇ, ਤਾਂ ਅਸੀਂ ਇੰਨਾ ਕੁ ਯੂਜ਼ ਕਰ ਦਾਂਗੇ ਕਿ ਹਰ ਰਿਸੋਰਸ ਨੂੰ ਅਸੀਂ ਇੱਕ ਖ਼ਤਮ ਹੋਣ ਦੀ ਕਗਾਰ 'ਤੇ ਪਹੁੰਚਾ ਦਿੱਤਾ ਵੀ ਆ ਔਰ ਪਹੁੰਚਾ ਵੀ ਦੇਵਾਂਗੇ। ਤਾਂ ਕਿਉਂਕਿ ਸਾਡੀ ਪਾਪੂਲੇਸ਼ਨ ਬਹੁਤ ਜ਼ਿਆਦਾ ਆ, ਹੈ ਨਾ, ਔਰ ਅਸੀਂ ਇੰਨੇ ਮੌਲਸ ਬਣਾ ਲਏ, ਸਾਇੰਸ ਐਂਡ ਟੈਕਨੋਲੋਜੀ ਵੀ ਚਲੋ ਅਸੀਂ ਬਹੁਤ ਵਧਾ ਲਈ ਆ, ਤਾਂ ਇਹ ਬਿਲਡਿੰਗਸ ਬਣਾਉਣ ਲਈ, ਸਿਨੇਮਾ ਹਾਲ ਬਣਾਉਣ ਲਈ ਅਸੀਂ ਆਪਣੇ ਸਾਰੇ ਜਿਹੜੇ ਰਿਸੋਰਸਿਸ ਆ, ਸੋਇਲ ਹੋਇਆ, ਪਲਾਂਟਸ ਹੋਏ, ਟਰੀਜ਼ ਹੋਏ, ਇਹਨਾਂ ਨੂੰ ਥ੍ਰੈਟਨ ਕਰਤਾ ਆ, ਜਾਂ ਕਹਿ ਲਓ ਖ਼ਤਮ ਹੋਣ ਦੀ ਕਗਾਰ 'ਤੇ ਆ। ਤਾਂ ਜੁਡੀਸ਼ੀਅਲ ਜਿਹੜਾ ਯੂਜ਼ ਆ, ਉਹ ਵੀ ਜੁਡੀਸ਼ੀਅਲ ਮਤਲਬ ਇੱਕ ਸਿਸਟਮੈਟਿਕ, ਔਰ ਜਿੰਨਾ ਚਾਹੀਦਾ ਆ ਓਨਾ ਹੀ ਯੂਜ਼ ਹੋਣਾ ਚਾਹੀਦਾ, ਇੱਕ ਲਿਮਿਟ 'ਚ ਯੂਜ਼ ਹੋਣਾ ਚਾਹੀਦਾ ਆ। ਅਗਰ ਅਸੀਂ ਜੁਡੀਸ਼ੀਅਲੀ ਡਿਸਟਰੀਬਿਊਟ ਕਰੀਏ ਰਿਸੋਰਸਿਸ ਅਵੇਲੇਬਲ ਟੂ ਅਸ, ਤਾਂ ਅਸੀਂ ਇੱਕ ਹਾਰਮੋਨੀ ਮਤਲਬ ਇੱਕ ਸਹੀ ਤਰੀਕੇ ਨਾਲ ਜਿੰਨਾ ਸਾਨੂੰ ਚਾਹੀਦਾ, ਲਾਲਚ ਨਾ ਕਰੀਏ। ਜਿਵੇਂ ਹੁਣ ਕਰੋਨਾ ਵਾਇਰਸ ਜਦੋਂ ਹੋਇਆ ਸੀ, ਰਾਸ਼ਨ ਬਣਨਾ ਸ਼ੁਰੂ ਕੀਤਾ ਸੀ, ਤਾਂ ਕਈ ਵੀਡੀਓਸ ਆ ਰਹੀਆਂ ਸੀ TV 'ਤੇ, ਨਿਊਜ਼ ਵੀ ਆ ਰਹੀਆਂ ਸੀ। ਜਲੰਧਰ ਦੀ ਵੀ ਇੱਕ ਫੈਮਿਲੀ ਸੀ ਕਿ ਉਹਨਾਂ ਨੇ ਰਾਸ਼ਨ ਜਿਹੜਾ ਆ ਲਾਲਚ ਜ਼ਿਆਦਾ ਤੋਂ ਜ਼ਿਆਦਾ ਭਰ ਲਿਆ, ਆਪਣੇ ਘਰਾਂ 'ਚ ਲੈ ਕੇ ਪੁਲਿਸ ਤੋਂ ਮੰਗਾ ਕੇ। ਤਾਂ ਇੱਦਾਂ ਨਹੀਂ ਹੋਣਾ ਚਾਹੀਦਾ, ਲਾਲਚ ਨਹੀਂ, ਜਿੰਨਾ ਸਾਨੂੰ ਚਾਹੀਦਾ। ਜੇ 2 ਲੀਟਰ ਪੈਟਰੋਲ, 10 ਲੀਟਰ ਪੈਟਰੋਲ ਚਾਹੀਦਾ ਤਾਂ 10 ਲੀਟਰ ਨਾਲ ਹੀ ਕੰਮ ਚਲਾਓ। ਇਹ ਨਹੀਂ ਕਿ 15 ਲੀਟਰ ਘਰ 'ਚ ਸੇਵ ਕਰਕੇ ਰੱਖ ਲਿਆ ਅਤੇ 10 ਅਸੀਂ ਆਪਣੇ ਯੂਜ਼ ਕਰਨਾ ਸ਼ੁਰੂ ਕਰਤਾ, ਰੋਂਗ ਹੈ। ਤਾਂ ਇਹੀ ਆ ਕਿ ਰਿਸੋਰਸਿਸ ਜਿਹੜੇ ਨਾ ਯੂਨੀਫਾਰਮਲੀ ਡਿਸਟਰੀਬਿਊਟਡ ਹੋਣੇ ਚਾਹੀਦੇ ਆ ਸਾਰਿਆਂ ਨੂੰ। ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਆ ਕਿ ਸਾਰਿਆਂ ਨੂੰ ਮਿਲਣ ਅਤੇ ਲੰਬੇ ਸਮੇਂ ਤੱਕ ਇਹ ਰਿਸੋਰਸਿਸ ਚੱਲ ਜਾਣ। ਤਾਂ ਸਾਨੂੰ ਇੱਦਾਂ ਯੂਜ਼ ਕਰਨੇ ਚਾਹੀਦੇ ਆਪਣੇ ਰਿਸੋਰਸਿਸ। ਤਾਂ ਇਕੁਇਟੇਬਲ ਡਿਸਟਰੀਬਿਊਸ਼ਨ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਪ੍ਰੋਪਰ ਡਿਸਟਰੀਬਿਊਸ਼ਨ ਹੋਣਾ ਚਾਹੀਦਾ, ਕਿ ਤੁਹਾਨੂੰ ਵੀ ਮਿਲ ਜਾਏ, ਤੁਹਾਡੇ ਗੁਆਂਢੀਆਂ ਨੂੰ ਵੀ ਮਿਲ ਜਾਏ, ਨਵਾਂ ਸ਼ਹਿਰ ਦੇ, ਗੜਸ਼ੰਕਰ ਦੇ ਸਾਰੇ ਲੋਕਾਂ ਨੂੰ, ਰਿਚ ਨੂੰ, ਪੂਅਰ ਨੂੰ, ਸਭ ਨੂੰ ਮਿਲ ਜਾਣ, ਅਤੇ ਸਾਰੇ ਆਉਣ ਵਾਲੀ ਜਨਰੇਸ਼ਨ ਲਈ ਵੀ ਇਹ ਰਿਸੋਰਸਿਸ ਜਿਹੜੇ ਆ ਬਚ ਜਾਣ। ਤਾਂ ਬੇਟਾ ਇਹ ਜਿਹੜਾ ਇਹ ਗਲੋਬਲ ਕੰਸਰਨ ਇੱਕ ਟੌਪਿਕ ਬਣ ਗਿਆ, ਬਰਨਿੰਗ ਟੌਪਿਕ ਆ, ਕਿ ਸਾਨੂੰ ਆਪਣੇ ਜਿਹੜੇ ਨੈਚੁਰਲ ਰਿਸੋਰਸਿਸ ਆ
ਉਹ ਕੰਜ਼ਰਵ ਵੀ ਕਰਨੇ ਚਾਹੀਦੇ ਆ ਅਤੇ ਨਾਲ ਕੁਛ ਇੱਦਾਂ ਦੀ ਟੈਕਨੋਲੋਜੀ ਯੂਜ਼ ਕਰਨੀ ਚਾਹੀਦੀ ਹੈ ਕਿ ਅਸੀਂ ਨਾਲ ਜੇ ਐਗਜ਼ੈਕਟਲੀ ਸਿਮਿਲਰ ਨਹੀਂ ਰਿਸੋਰਸ ਬਣਾ ਸਕੇ ਤਾਂ ਉਹਦਾ ਕੋਈ ਸਬਸਟੀਚਿਊਟ ਅਸੀਂ ਜਿਵੇਂ ਸੋਲਰ ਹੁਣ ਕੁੱਕਰਸ ਵਗੈਰਾ ਯੂਜ਼ ਕਰ ਸਕਦੇ ਹਾਂ ਕਿ ਸਬਸਟੀਚਿਊਟ ਸਾਨੂੰ ਕੋਈ ਅਸੀਂ ਡਿਵੈਲਪ ਕਰ ਸਕੀਏ ਤਾਂ ਕਿ ਅਸੀਂ ਆਪਣੇ ਇਹ ਸਾਰੇ ਰਿਸੋਰਸਿਸ ਨੂੰ ਬਚਾ ਸਕੀਏ। ਹੁਣ ਜਿੰਨੇ ਸਾਡੇ ਜਿਹੜੇ ਹੈਗੇ ਆ ਲਿਟਰੇਚਰ ਏਂਸ਼ੀਐਂਟ ਹੋਇਆ ਪੁਰਾਣਾ ਲਿਟਰੇਚਰ ਜਿਵੇਂ ਵੇਦਾਸ ਹੋ ਗਏ ਉਪਨਿਸ਼ਦਸ ਹੋ ਗਏ ਇਹਨਾਂ ਸਾਰਿਆਂ 'ਚ ਵੀ ਉਹਨਾਂ ਨੇ ਨੈਚੁਰਲ ਰਿਸੋਰਸਿਸ ਨੂੰ ਦਿੱਤੀ ਆ ਜਿਵੇਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਸੋਇਲ ਹੈ ਨਾ। ਤਾਂ ਇਹ ਸਾਰੇ ਜਿਹੜੇ ਰਿਸੋਰਸਿਸ ਆ ਉਹ 'ਚ ਪਹਿਲੇ ਹੀ ਲਿਖਿਆ ਹੋਇਆ ਹੈ ਕਿ ਜੇ ਇਹਨਾਂ ਦਾ ਲਗਾਤਾਰ ਯੂਜ਼ ਹੁੰਦਾ ਰਹੇਗਾ ਤਾਂ ਇਹ ਇੱਕ ਦਿਨ ਆਏਗਾ ਕਿ ਖ਼ਤਮ ਹੋ ਜਾਣਗੇ। ਤਾਂ ਸਾਨੂੰ ਇਹ ਜਿਹੜਾ ਆ ਕਹਿ ਲਓ ਕਿ ਬਚਾਉਣੇ ਚਾਹੀਦੇ ਆ ਰਿਸੋਰਸਿਸ ਤਾਂ ਕਿ ਅਸੀਂ ਇਹਨਾਂ ਦਾ ਆਨੰਦ ਲੈ ਸਕੀਏ ਜਾਂ ਇਹਨਾਂ ਨੂੰ ਇੰਜੋਏ ਕਰ ਸਕੀਏ ਅਤੇ ਆਪਣੀ ਆਉਣ ਵਾਲੀ ਜਨਰੇਸ਼ਨਸ ਲਈ ਵੀ ਅਸੀਂ ਇਹਨਾਂ ਨੂੰ ਬਚਾ ਸਕੀਏ। ਤਾਂ ਮੈਂ ਜਿਵੇਂ ਦੱਸਿਆ ਕਿ ਉਪਨਿਸ਼ਦਸ ਔਰ ਸਮ੍ਰਿਤੀਜ਼ ਇਹਨਾਂ ਦੇ ਵਿੱਚ ਬਹੁਤ ਸਾਰੇ ਡਿਸਕ੍ਰਿਪਸ਼ਨਸ ਆ ਕਿ ਕਿਵੇਂ ਸਾਨੂੰ ਫੋਰੈਸਟ ਨੂੰ ਮੈਨੇਜ ਕਰਨਾ ਚਾਹੀਦਾ ਕੰਜ਼ਰਵ ਕਰਨਾ ਚਾਹੀਦਾ ਆ। ਤਾਂ ਤੁਸੀਂ ਦੇਖੋ ਕਿ ਜਿੰਨੇ ਵੀ ਭਗਵਾਨ ਹੋਏ ਆ ਮਹਾਰਿਸ਼ੀ ਹੋਏ ਆ ਉਹਨਾਂ ਨੇ ਪਹਿਲਾਂ ਹੀ ਉਹਨਾਂ ਨੂੰ ਆਈਡੀਆ ਸੀਗਾ ਇਸ ਚੀਜ਼ ਦਾ ਕਿ ਲਾਲਚ ਇਨਸਾਨਾਂ ਨੇ ਹਿਊਮਨ ਬੀਇੰਗਸ ਨੇ ਸਾਰਾ ਕੁਝ ਤਹਿਸ ਨਹਿਸ ਕਰ ਦੇਣਾ ਆ। ਤਾਂ ਉਹਨਾਂ ਨੇ ਪਹਿਲਾਂ ਹੀ ਥੋੜ੍ਹਾ ਡਿਸਕ੍ਰਿਪਸ਼ਨ ਦਿੱਤਾ ਹੋਇਆ ਆ ਕਿ ਜੇ ਦਰਖਤ ਪੱਟਣਾ ਆ ਤਾਂ ਉਹਨੂੰ ਲਗਾਓ ਵੀ ਤੋੜਨਾ ਆ ਕੱਟਣਾ ਆ ਤਾਂ ਲਗਾਓ ਵੀ। ਤਾਂ ਇਹ ਜਿਹੜੇ ਹੈਗੇ ਆ ਜਿਵੇਂ ਵੇਦਾਸ ਹੋ ਗਏ ਸੰਸਕ੍ਰਿਤ ਟੈਕਸਟ ਹੋ ਗਿਆ ਜਿਹਨੂੰ ਇੰਗਲਿਸ਼ 'ਚ ਟਰਾਂਸਲੇਟ ਕੀਤਾ ਸੀ ਰਿਟਨ ਬਾਏ ਦੇਵੀ ਚੰਦ ਇਨ 1997 ਉਹਦੇ ਵਿੱਚ ਸਾਰਾ ਕੁਛ ਇਹ ਪਹਿਲਾਂ ਹੀ ਡਿਸਕ੍ਰਾਈਬ ਕੀਤਾ ਹੋਇਆ ਆ। ਇਹ ਤਾਂ ਇੱਕ ਦੋ ਲਾਈਨਾਂ ਮੈਂ ਤੁਹਾਨੂੰ ਚਲੋ ਵੈਸੇ ਹੀ ਦੱਸੀਆਂ ਆ। ਇੱਥੇ ਆਪਾਂ ਇੰਨਾ ਹੀ ਪੜ੍ਹਦੇ ਹਾਂ ਫਿਰ ਨੈਕਸਟ ਵੀਡੀਓ 'ਚ ਇਸ ਤੋਂ ਅੱਗੇ ਪੜ੍ਹਦੇ ਹਾਂ ਕੰਜ਼ਰਵੇਸ਼ਨ ਕਿਵੇਂ ਕਰਨਾ ਆ। ਪੜ੍ਹ ਲਿਓ ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਟਿਲ ਦੈਨ ਗੁੱਡ ਬਾਏ।